ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹਲਾ ਪਹਿਲਾ। ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਹਾਵਾ। एक शब्द मेरा प्राण बसत है, बाहुड़ जन्म न आवा। मन मंदर तन वेस कलंदर, घट ही तीर्थ नहावा। एक शब्द मेरा प्राण बसत है, बाहुड़ जन्म न आवा। मन बेधिया दयाल सेती मेरी माई, कौन जाने पीर पराई। हम नाही चिंत पराई रहा, अगम अगोचर अलख अपारा। चिंता करो हमारी, जल थल महियल भरपुर लीना। कट कट जोत तुम्हारी, सिख मत सब बुध तुम्हारी। मंदिर छावा तेरे, तुझ बिन अवर ना जाना मेरे साहिबा। गुण गावा नित तेरे, जी जंत सब शरण तुम्हारी। सर्ब चिंत तुद पासे, जो तुद भावै सोई चंगा। एक नानक की अरदासे, जी जंत सब शरण तुम्हारी। सर्ब चिंत तुद पासे, जो तुद भावै सोई चंगा। एक नानक की अरदासे। वाहिगुरु जी का खालसा, वाहिगुरु जी की फतेह। जुगो जुग अटल धन धन गुरु ग्रंथ साहिब जी। गुरु पातशाह जी की अपार बख्शिश, शाम समय का इस सत्संगत का समा सानू प्राप्त होया है। लड़ीवार गुरबाणी व्याख्यान विच बिलावल राग इहदे शुरुआती शब्द सानू प्राप्त हो रहे हैं। गुरु नानक साहब द्वारा पहले जामे विच उचारण किया गया संदेश शब्द असी विचारते हैं। जो बचन आपने सरवण किया है, इहदी तकरीर व्याख्या बीते 2 रोज़ असी लगातार कर रहे हैं। क्योंकि दार्शनिक पक्ष तो जिन्होंने असी फिलोसफिकल साइड कहने तो दूसरा मैटाफोरिक साइड्स तो प्रतीकात्मक पक्ष तो ये शब्द बड़ा रिच है, बड़ा अमीर है। इसलिए पंक्ति बा पंक्ति शब्द बा शब्द असी उन्होंने चीज़ों बड़े लगातारता नाल डीप लैवल ते अंडरस्टैंड करने की ट्राई कर रहे हैं। सो again I will try to or attempt to explain the rest of Shabad today as Baba Ji will bless us time। जो बात है रहाओ दे पदे नूं वेखदे होए अगे तोरदे हां। महाराज बयान करदे सी, मन बेदिया दयाल सेती मेरी माई। इनर टॉक है, कॉन्शियस मत ते मन नाल गल कर रही है। ये सिनेरियो है। बंदा अपने आप नूं देखे, आपां होर बड़े गहरे तल ते देखते हैं। जिवें साडियां फूड चॉइसिस ने, जिवें साडी एनी सॉर्ट ऑफ ड्रेस चॉइस या एनी सॉर्ट ऑफ to watch anything, to listen anything, whatever choices we are making, ਆਪਾਂ ਕਈ ਵਾਰੀ ਇਨਫਲੂਐਂਸ 'ਚ ਹੀ ਕਰੀ ਜਾਂਦੇ ਹਾਂ।
ਕਿਸੇ ਨੇ ਕਹਿਤਾ ਦੂਜੇ ਕਰਦੇ, ਮੈਂ ਵੀ ਕਰਨ ਲੱਗ ਗਿਆ, ਦੂਜਿਆਂ ਨੂੰ ਦੇਖਿਆ, ਮੈਂ ਵੀ ਦੇਖੀ ਕਰਨ ਲੱਗ ਗਿਆ, ਇਸ ਤਰੀਕੇ ਨਾਲ। ਪਰ ਜਦੋਂ ਬੰਦਾ ਡੀਪ ਲੈਵਲ 'ਤੇ ਸੋਚਦਾ ਕਿ ਡੂ ਆਈ ਰੀਅਲੀ ਨੀਡ ਇਟ, ਕਿ ਮੈਨੂੰ ਇਹਦੀ ਲੋੜ ਹੈ, ਮੈਨੂੰ ਆ ਸਮਾਂ ਵੇਸਟ ਕਰਨਾ ਚਾਹੀਦਾ ਇੱਥੇ, ਮੈਨੂੰ ਆ ਚੀਜ਼ ਖਾਣੀ ਚਾਹੀਦੀ ਹੈ, ਮੈਨੂੰ ਆ ਚੀਜ਼ ਪਾਣੀ ਚਾਹੀਦੀ ਹੈ। ਇਹ ਹੈ ਇਨਰ ਕਮਿਊਨੀਕੇਸ਼ਨ, ਇਹ ਹੈ ਬੰਦੇ ਦੇ ਅੰਦਰ ਅਵੇਅਰਨੈਸ ਆ ਜਾਣੀ, ਜਾਗਰਤੀ ਆਉਣੀ। ਇੱਥੋਂ ਬੰਦਾ ਜਗਿਆਸੂ ਬਣਦਾ ਆ, ਜਾਣਨਹਾਰਾ ਬਣਦਾ ਆ। ਇਸ ਤੋਂ ਬਾਅਦ ਫਿਰ ਨੈਕਸਟ ਪੜਾਅ ਹੁੰਦਾ, ਤੁਸੀਂ ਆਪਣੇ ਅੰਦਰ ਦੀ ਦੁਨੀਆ ਨੂੰ ਸਮਝਦੇ ਹੋ। ਇਹ ਸ਼ਰਮ ਖੰਡ ਹੈ, ਮੁਸ਼ੱਕਤ ਦੀ ਦੁਨੀਆ ਹੈ ਅਸਲ ਵਿੱਚ, ਵੇਖਿਆ ਜਾਏ ਤੇ। ਇਹਨੂੰ ਗੁਰੂ ਸਾਹਿਬ ਨੇ ਬਿਆਨ ਕੀਤਾ ਸੀਗਾ ਕਿ ਸ਼ਰਮ ਖੰਡ ਕੀ ਬਾਣੀ ਰੂਪ ਜਿੱਥਾ ਘਾੜਤ ਘੜੀ ਹੈ ਬਹੁਤ ਅਨੂਪ। ਉੱਥੇ ਅਨੂਪਮ ਘਾੜਤ ਘੜੀ ਜਾਂਦੀ ਹੈ। ਉੱਥੇ ਤਿੱਥੈ ਘੜੀ ਹੈ ਸੁਰਤ ਮਤ ਮਨ ਬੁੱਧ, ਤਿੱਥੈ ਘੜੀ ਹੈ ਸੁਰਾਂ ਸਿੱਧਾਂ ਕੀ ਸੁੱਧ। ਤੇ ਘੜੇਗਾ ਕੌਣ? ਸੁਰਤ ਵੀ ਘੜੀ ਜਾਣੀ ਹੈ, ਮਤ ਵੀ ਘੜੀ ਜਾਣੀ ਹੈ, ਮਨ ਵੀ ਘੜਿਆ ਜਾਣਾ, ਬੁੱਧ ਵੀ ਘੜੇ ਜਾਣਾ। ਘੜੇਗਾ ਕੌਣ? ਸਪੋਜ਼ ਕਰੋ ਨਾ ਕੋਈ ਚੀਜ਼ ਅੰਦਰ ਹੋਰ ਕੋਈ ਘੜੇਗੀ ਆ ਕੇ, ਬਾਹਰੋਂ ਆ ਕੇ। ਦੋ ਹੀ ਰੂਪ ਨੇ ਇੱਥੇ। ਇੱਕ ਤੇ ਇਹ ਹੈ ਕਿ ਕੁਝ ਸਿੱਖਿਆ ਸੰਦੇਸ਼, ਉਹ ਚੀਜ਼ ਜੋ ਸਿੱਖਿਆ ਸੰਦੇਸ਼ ਵੀ ਹੋਰ ਕਿਵੇਂ ਘੜੇਗੀ? ਉਹਦੇ ਕੋਲ ਕੋਈ ਹੋਰ ਟੂਲ ਤੇ ਹੈ ਨਹੀਂਗਾ ਕਿ ਉਹ ਖਾਸ ਲੈਵਲ ਦਾ ਕੋਈ ਸ਼ਾਰਪਨ ਐਜ ਚੀਜ਼ ਬਣਾਏਗੀ ਜਾਂ ਉਹਦੇ ਨਾਲ ਘੜਨਾ ਸ਼ੁਰੂ ਕਰੇਗੀ। ਐਕਚੁਅਲ ਲੈਵਲ ਤੇ ਇਹ ਕੰਮ ਤੇ ਤੁਹਾਡੀ ਕੌਨਸ਼ੀਅਸ ਨਹੀਂ ਕਰਨਾ ਹੈ। ਤੇ ਸ਼ਬਦ ਜਿਹੜਾ ਤੁਹਾਡੀ ਕੌਨਸ਼ੀਅਸ ਨੂੰ, ਤੁਹਾਡੀ ਚੇਤਨਾ ਨੂੰ ਚੇਤਨ ਕਰਦਾ, ਜਗਾਉਂਦਾ ਹੈ। ਜਿਤਨਾ ਚੇਤਨ ਹੋ ਜਾਏਗਾ ਬੰਦਾ, ਉਤਨਾ ਹੀ ਉਹ ਇਨਲਾਈਟਡ ਹੋਏਗਾ, ਰੌਸ਼ਨੀ ਆਏਗੀ ਅੰਦਰ। ਫਿਰ ਉਹ ਆਪਣੇ ਅੰਦਰ ਦੀ ਦੁਨੀਆ ਨੂੰ ਸਹੇਜੇਗਾ, ਸਵਾਰੇਗਾ, ਉਸ ਨੂੰ ਸਹੀ ਸ਼ੇਪ ਦੇਣੀ ਸ਼ੁਰੂ ਕਰੇਗਾ। ਹੁਣ ਅਨਘੜਿਆ ਮਾਨਿਆ, ਅਨਘੜੀ ਸੋਚਿਆ, ਤੇ ਉਹ ਨਾ ਆਪਣਾ ਫਾਇਦਾ ਕਰ ਰਹੀ ਹੈ ਨਾ ਕਿਸੇ ਦਾ ਫਾਇਦਾ ਕਰ ਰਹੀ ਹੈ। ਆਪ ਵੀ ਦੁਖੀ ਆ, ਦੂਜੇ ਵੀ ਦੁਖੀ ਨੇ, ਹਾਲਤ ਹੈ। ਗੁਰੂ ਨਾਨਕ ਸਾਹਿਬ ਨੇ ਬਿਆਨ ਕੀਤਾ, ਹੁਣ ਆਪਸ ਵਿੱਚ ਗੱਲ ਹੋ ਰਹੀ ਹੈ। ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ, ਇਹ ਮੇਰੀ ਮੱਤ। ਮਨ ਨਾ ਹੁਣ ਬੇਦਿਆ ਗਿਆ, ਜਿਹਨੂੰ ਕਹਿੰਦੇ ਹਾਂ ਅਸੀਂ ਕਿ ਵਿੰਨ ਜਾਣਾ, ਪੁਰਚ ਜਾਣਾ। ਦਇਆਲ ਤਰਸਦੇ ਕਰ ਅਕਾਲ ਪੁਰਖ ਵਾਹਿਗੁਰੂ ਰੱਬ ਜੀ ਦੇ ਨਾਲ। ਇਸ ਨੂੰ ਤੁਸੀਂ ਕਦੀ ਸੂਫੀਆਂ ਦੇ ਲਿਟਰੇਚਰ 'ਚ ਕਦੀ ਆਪਨੇ ਕਾਫੀ ਪੜ੍ਹੀ ਹੋਏ ਕਿ ਰਾਤੀ ਜਾਗਣ ਕਰਨ ਇਬਾਦਤ, ਰਾਤੀ ਜਾਗਣ ਕੁੱਤੇ। ਮਾਲਕ ਦਾ ਦਰ ਕਦੇ ਨਾ ਛੱਡਦੇ, ਭਾਵੇਂ 100 ਮਾਰੇ ਜੁੱਤੇ। ਉਹ ਜਿਹੜੀ ਚੀਜ਼ ਆ ਕਿ ਇਹ ਹੈ ਬੇਦੇ ਜਾਣਾ। ਆਪ ਦੇਖੋਗੇ ਕੁੱਤੇ ਨੂੰ ਦਰਵੇਸ਼ ਵੀ ਕਿਹਾ ਜਾਂਦਾ ਹੈ। ਉਹ ਸਾਰੀ ਰਾਤ ਜਾਗਦਾ ਹੈ, ਮਾਲਕ ਦੇ ਦਰ ਦੀ ਪਹਿਰੇਦਾਰੀ ਕਰਦਾ ਹੈ। ਸਵੇਰੇ ਹੋ ਸਕਦਾ ਮਾਲਕ ਕੇਅਰ ਵੀ ਨਾ ਕਰੇ ਉਹਨੂੰ, ਉਸ ਨੂੰ ਮਾੜਾ ਜਿਹਾ ਪੈਟ ਵੀ ਨਾ ਕਰੇ ਇਸ ਤਰੀਕੇ ਦੇ ਨਾਲ। ਪਰ ਉਹ ਕਹਿੰਦੇ ਨਹੀਂ, ਰੀਜ਼ਨ ਕਿਉਂਕਿ ਉਸ ਨੇ ਉਹਦੇ ਨਾਲ ਸਾਂਝ ਬਣਾ ਲਈ, ਬੜੀ ਡਾਢੀ। ਦਿਆਲ ਸੇਤੀ ਬੇਦਨਾ ਇਹ ਹੈ। ਇਸ ਨੂੰ ਬਾਬਾ ਕਬੀਰ ਜੀ ਨੇ ਬਿਆਨ ਵੀ ਕੀਤਾ ਆ। ਕਹਿਣ ਲੱਗੇ ਕਿ ਕਬੀਰ ਕੂਕਰ ਰਾਮ ਕੋ ਮੁਤੀਆ ਮੇਰੇ ਨਾਉ, ਮੇਰੋ ਨਾਉ ਗਲੇ ਹਮਾਰੇ ਜੇਵਰੀ ਜਹ ਕਿੰਚਾ ਤਹ ਜਾਓ। ਹਮ ਕੂਕਰ ਤੇਰੇ ਦਰਬਾਰ, ਭੌਂਕੇ ਆਗੇ ਬਦਨ ਪਸਾਰ। ਕਹਿਣ ਲੱਗੇ ਕਿ ਹਕੀਕਤ ਇਹ ਹੈ ਕਿ ਮੈਂ ਤੇਰੇ ਦਰ ਦਾ ਹੁਣ ਕੂਕਰ ਹੋ ਗਿਆ, ਮੈਂ ਵਿੰਨ ਗਿਆ। ਤੂੰ ਮੈਨੂੰ ਕਿਸੇ ਰੂਪ ਵਿੱਚ ਵੇਖੇ ਨਾ ਵੇਖੇ, ਮੈਨੂੰ ਇਹਦੀ ਕੇਅਰ ਨਹੀਂ। ਮੈਨੂੰ ਕੇਅਰ ਹੈ ਕਿ ਮੈਂ ਤੇਰੇ ਨਾਲ ਆਪਣੀ ਸਾਂਝ ਪਾ ਲਈ ਹੈ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਜਿਹਦੇ ਨਾਲ ਸਾਂਝ ਪਾਈ ਹੈ ਉਹ ਦਇਆਲ ਆ, ਉਹ ਤੇ ਵੇਖਦਾ ਹੀ ਵੇਖਦਾ ਆ, ਉਹ ਤੇ ਤਰਸ ਕਰਦਾ ਹੀ ਕਰਦਾ ਆ। ਇਹ ਉਹਦਾ ਸੁਭਾਅ ਆ। ਸੋ ਇੱਕ ਵਿਨ ਵਿਨ ਸਿਚੁਏਸ਼ਨ ਆ। ਇਸ ਕਿਸਮ ਦਾ ਮੈਸੇਜ ਹੈ ਇਹਦੇ 'ਚ। ਬਾਬਾ ਜੀ ਬਿਆਨ ਕਰਦੇ ਉਹ ਬੜਾ ਬੇਅੰਤੀ। ਉਹ ਜਦੋਂ ਤੂੰ ਇਸ ਤਰੀਕੇ ਨਾਲ ਵਿਨਿਆ ਜਾਏਗਾ ਨਾ, ਅੰਦਰ ਗੱਲ ਕਰੀਏ ਕਿ ਮੇਰੀ ਮਾਈ ਹੁਣ ਜਿਹੜਾ ਮੇਰਾ ਮਨ ਆ ਨਾ ਉਸ ਪਾਸੇ ਤੁਰ ਪਿਆ ਆ, ਉਹਨੇ ਸਹੀ ਥਾਂ ਲੱਭ ਲਈ ਹੈ। ਇਹ ਸਹੀ ਥਾਂ ਉਹੀ ਹੈ ਜਿਹਨੂੰ ਭਾਈ ਗੁਰਦਾਸ ਜੀ ਬਿਆਨ ਕਰਦੇ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ। ਇਹ ਗਲਤ ਘਰ ਨਹੀਂ ਲੱਭਿਆ ਮੈਂ ਉਹ ਘਰ ਲੱਭਿਆ ਜਿਹੜਾ ਘਰ ਬੜੀ ਕੇਅਰ ਕਰਦਾ, ਬੜੀ ਕਦਰ ਕਰਦਾ। ਨਹੀਂ ਤੇ 100 ਕਦਮ ਤੁਰ ਕੇ ਗਿਆ ਨੂੰ ਕੋਈ ਇੱਕ ਕਦਮ ਅੱਗੇ ਹੋ ਕੇ ਨਹੀਂ ਮਿਲਦਾ। ਇੱਥੇ ਇੱਕ ਕਦਮ ਅੱਗੇ ਵਧਾਇਆ ਨੂੰ ਕਰੋੜ ਕਦਮ ਅੱਗੇ ਹੋ ਕੇ ਮਿਲਣ ਵਾਲਾ ਆ। ਇਹ ਦਿਆਲ ਹੈ। ਦਿਆਲ ਇਹ ਹੁੰਦਾ, ਦਿਆਲ ਤੁਹਾਡੇ ਐਫਰਟ ਨੂੰ, ਉਹਨੂੰ ਵੈਲਿਊ ਕਰਦਾ ਆ, ਉਸ ਨੂੰ ਅਜਾਈ ਨਹੀਂ ਜਾਣ ਦਿੰਦਾ, ਉਸ ਨੂੰ ਬੇਕਾਰ ਨਹੀਂ ਜਾਣ ਦਿੰਦਾ। ਇੱਥੇ
गुरु नानक साहब बयान करते मेरी मत, वो मेरे इंटलैक्ट, हुण बात बन आई है, हुण मन उस पासे तुर पिया आ। अगला बचन सीगा कौन जाने पीर पराई। बाकी है मैं रब तो तरस मंगी जावां भी ओ ऑलमाइटी प्लीज़ शो सम कंपैशन टूवर्ड मी, प्लीज़ फॉरगिव मी, प्लीज़ bless me some sort of I need your kindness. I can pray these things toward Vaheguru Ji, but at the same time wherever my role is coming, I'm not showing any sort of forgiveness at all. I don't have any sort of kind feelings for anyone in this world. ये किवें बनेगी बात? मैं रब नूं कहना मेरी पीड़ नूं समझ, मेरे ते तरस कर, मेरे दुख हर लै, तो मैनू किसी का भी दुख नहीं दिसता, मैनू किसी की भी पीड़ा नहीं दिसती। मिसमैच है, एवं नहीं होंदा कभी भी। इत्थे सजात मेल होंदे ने, विजात मेल तो होंदे ही नहीं गे। इस करके मेरी वो जात ही नहीं बनी जिहड़ी रब की जात नाल जुड़े जाके। बंदा फिर झूठ ही बोलदा मैं रब नूं मन्ना। रब नूं मन्नण वाला दयालु हुंदा है क्योंकि वो दया वाले घर नाल जुड़िया आ। ये चीज़ आ रही है इहदे च। सब कहते अदरवाइज दुनिया कित्थे पराई पीड़ नूं समझदी है, कित्थे समझदा किसी दा दर्द नूं। हाँ जिहड़ी चीज़ नूं असीं समझदे हां वो भी बाबा जी ने बयान करती कि हम ना ही चिंत पराई। पराई चिंता दूजियां दे नज़रां दे विच अपने आप नूं वड्डियां समझना ताकि दूजे मैनूं जिहड़ा हैगा एक्सैप्ट करन, रिजैक्ट ना करन। रिजैक्शन ना होए मेरी किसी कीमत ते, हर जगह ते मेरी प्रेज होए, मेरी गल होए, चंगा चंगा लोकी आखण, लोक वडियाई विच पिछे मैं तुरिया फिरां। बाबा जी कहते यही मुख रूप च भुख है बंदे दी। बंदे दी भुख अपने जीवन दे च रियल सैटिस्फैक्शन लभना नहीं है। बंदे दी भुख शो ऑफ करन दी है या लोकां दे कोलों अपने वास्ते वडियाई सुनन दी है। गुरु महाराज कहते मेरे जीवन च दोनों चीज़ां बदल रही ने। हम ना ही चिंत पराई, हुण मैं पराई चिंता छड्ड दित्ती, मैं इस चीज़ के चक्कर च नहीं पैंदा। सानू समझा रहे हैं रहाओ। शुरुआती पदा सीगा मन मंदिर तनवेस कलंदर घट ही तीर्थ नावा। जो मन की दुनिया बदली तो की बदल के बन गई मंदिर, रब की जगह बन गई। इस किस्म की गल आ रही सी। बीते कल जिथे असीं विचार पॉज किए सीगे सीगा अगम अगोचर अलख अपारा चिंता करो हमारी। वो करतार जिहड़ा अगम आ, अगोचर आ, अलख आ, अपार आ। मैं भाई वीर सिंह जी की नज़म का टुकड़ा कह रहा सीगा कि मोस्टली बंदे दे क्वेश्चन ये होंदे ने कि डू रब एग्जिस्ट और जस्ट इट्स माई सम सॉर्ट ऑफ इमेजिनेशन। लोग इस किस्म के सवालात सोचते हैं। जे रब है तो कित्थे है? वेयर डज गॉड लिव एंड हाउ कैन वी सी द गॉड? एनीबडी कैन प्रूव that God exists in this world? भाई साहब ने इनू विराम किया, इनू बिल्कुल रोकता, फुल स्टॉप लाता। वो कहते कि गल है की होया ते कीकू होया, कदों बनया, की बनया, किन्ने बनाया, रब ने बनाया, रब ने नहीं बनाया। वी डोंट केयर अबाउट इट। वट वी केयर, लेट्स गो टूवर्ड दैट साइड। की होया ते कीकू होया, खप खप मोए सियाणे, ਇਹ ਤਰਾ ਪਵੇਂ ਕਿਉਂ ਜਿੰਦੇ ਜਿਸ ਰਾ ਪੂਰ ਮੁਹਾਣੇ। ਪੂਰਾਂ ਦੇ ਪੂਰ ਡੁੱਬ ਗਏ ਇਸ ਰਾਹ ਤੇ ਤੁਰ ਕੇ। ਇਹ ਭਟਕਣਾ ਦਾ ਰਾਹ ਆ। ਰੈਸ਼ਨਲਿਸਟ ਹੋਣਾ ਬੜੀ ਚੰਗੀ ਗੱਲ ਹੈ, ਪਰ ਉਹਦੀ ਵੀ ਇੱਕ ਕ੍ਰਾਈਟੀਰੀਆ ਆ। ਬਹੁਤ ਜ਼ਿਆਦਾ ਬੰਦਾ ਤਾਰਕਿਕ ਹੋ ਜਾਏ, ਹਰ ਚੀਜ਼ ਬੰਦਾ ਬੜੀ मतलब सिर्फ तर्क दे बुद्धि से सोचना शुरू कर दे, अस छत थले नहीं बैठ सकोगे। बंदा ही सोचेगा पता नहीं कदों की बनी होनी है, रूफ है बड़ी पुरानी है, उसे डिग नहीं जाए उत्ते। तर्क ये है। तर्क बंदा कहे नहीं नहीं कार जी पैना है ना, एक्सीडेंट होया 2 महीने पहले बंदा मर गया सी, आई कैन नॉट गो, आई कैन नॉट वॉक। तर्क ये है। असी बिलीव करते हैं, बिलीव करते हैं ये उत्ते कि इंस्पैक्शन हुई एक, डोंट वरी। असी तर्क असी बिलीव करते हैं भी ऐसी कोई गल नहीं है, रोड ते रोड सेफ ने। हाँ एक्सीडेंट होंगे, बंदे रोज़ मरते हैं, प्लेन च सारे चढ़ते हैं, बिलीव ही करते हैं। सानू पता नहीं, सानू पता ही नहीं प्लेन दे किवें उड़दा है किवें नहीं उड़दा, कौन उड़ा रहा कौन नहीं। असीं किहड़ा पायलट वेख्या तो जाके, और बिलीव करते हैं कि इत्थों चढ़े अगे बंदे लैन लिए आ रहे हैं सारा कुछ।
ਹਰ ਥਾਂ ਤੇ ਤਰਕ ਨਹੀਂ ਚੱਲਦਾ। ਹਾਂ, ਤਰਕ ਚੱਲਦਾ ਹੈ ਜਿੱਥੇ ਮੇਕ ਸੈਂਸ ਕਰਦਾ ਆ। ਜੇ ਨੌਨਸੈਂਸ ਹੋ ਜਾਏ ਫਿਰ ਬੰਦੇ ਦੀ ਜ਼ਿੰਦਗੀ ਬਿਲਕੁਲ ਜਿਹੜੀ ਹੈ ਉਹ ਜਿਹਨੂੰ ਕਹਿ ਲਓ ਕਿ ਇੱਕ ਤਰ੍ਹਾਂ ਦੇ ਨਾਲ ਮਿਜ਼ਰੀ ਬਣ ਜਾਂਦੀ ਹੈ। ਭਾਈ ਸਾਹਿਬ ਨੇ ਬਿਆਨ ਕੀਤਾ, ਉਹ ਕਹਿੰਦੇ ਗੱਲ ਸੁਣ ਮੇਰੀ, ਕੀ ਹੋਇਆ ਤੇ ਕੀਕੂ ਹੋਇਆ, ਖੱਪ ਖੱਪ ਮੋਏ ਸਿਆਣੇ, ਇਹ ਤਰ੍ਹਾਂ ਪਵੇਂ ਕਿਉਂ ਜਿੰਦੇ ਜਿਸਰਾ ਪੂਰ ਮੁਹਾਣੇ, ਭਟਕਣ ਛੱਡ ਲਟਕਲਾ ਇੱਕੋ ਖੀਵੀ ਹੋ ਸੁਖ ਮਾਣੇ, ਹੋਸ਼ਾਂ ਨਾਲੋਂ ਮਸਤੀ ਚੰਗੀ ਜੋ ਰੱਖਦੀ ਸਦਾ ਟਿਕਾਣੇ। ਬੰਦੇ ਨੂੰ ਬੇਹੋਸ਼ ਵੀ ਨਹੀਂ ਹੋਣਾ ਚਾਹੀਦਾ, ਪਰ ਇੰਨਾ ਵੀ ਹੋਸ਼ 'ਚ ਨਾ ਆ ਜਾਏ ਬੰਦਾ ਸੋ ਹੀ ਨਾ ਸਕੇ, ਬੰਦਾ ਨੀਂਦ ਹੀ ਨਾ ਮਾਣ ਸਕੇ, ਬੰਦਾ ਕਿਸੇ ਤੇ ਬਿਲੀਵ ਹੀ ਨਾ ਕਰ ਸਕੇ। ਇਸ ਕਰਕੇ ਜੇ ਮੇਰੇ ਗੁਰੂ ਨੇ ਕਿਹਾ ਆ, ਉਹ ਅਗੰਮ ਆ, ਉਹ ਗੋਚਰ ਆ, ਉਹ ਮੌਜੂਦ ਆ। ਗੁਰੂ ਨਾਨਕ ਸ਼ਰੀਕ ਹਸਤੀ ਇਹ ਕਹਿ ਰਹੀ ਹੈ, ਬਾਬਾ ਨਾਨਕ ਹੋਰ ਕਿਹ ਤੋਂ ਪੁੱਛਾਂਗੇ ਜਾ ਕੇ, ਸਾਡਾ ਸੱਚ ਤੇ ਤੂੰ ਹੀ ਹੈ, ਸਾਡੀ ਰਸਾਈ ਤੇਰੇ ਤੱਕ ਆ। ਇਸ ਕਰਕੇ ਗੁਰੂ ਨਾਨਕ ਸਾਹਿਬ ਕਹਿੰਦੇ ਅਗੰਮ ਅਗੋਚਰ ਅਲਖ ਅਪਾਰਾ। ਇਹ ਵੀ ਚੇਤੇ ਰੱਖੀ, ਚਿੰਤਾ ਕਰੋ ਹਮਾਰੀ, ਉਹਨੂੰ ਸਭ ਦੀ ਚਿੰਤਾ ਆ, ਉਹਨੂੰ ਸਭ ਦੀ ਫਿਕਰਮੰਦਗੀ ਹੈ। ਇੱਥੇ ਜਾ ਕੇ ਫਿਰ ਬੰਦਾ ਡਿੱਗਦਾ ਡੋਲਦਾ ਨਹੀਂ ਤੇ ਹਕੀਕਤ ਇਹ ਹੈ ਕਿ ਬੰਦੇ ਦੀਆਂ ਜੇਬਾਂ ਨੋਟਾਂ ਨਾਲ ਭਰੀਆਂ ਹੁੰਦੀਆਂ ਨੇ, ਬੈਂਕ ਬੈਲੈਂਸ ਜਿਹੜਾ ਹੈਗਾ ਵੱਡੇ ਆંકੜੇ ਦਾ ਬਣਿਆ ਹੁੰਦਾ ਹੈ, ਘਰ ਮਕਾਨ ਸਭ ਕੁਝ ਬਣੇ ਹੁੰਦੇ ਨੇ, ਪਰ ਬੰਦੇ ਦੇ ਦਿਮਾਗ ਦੇ ਵਿੱਚ ਇੱਕੋ ਹੀ ਫਿਕਰ ਭਰਿਆ ਪਿਆ ਰਹਿੰਦਾ, ਪਤਾ ਨਹੀਂ ਕੀ ਬਣੇਗਾ। ਕਹਿੰਦੇ ਨੇ ਕੋਵਿਡ ਤੋਂ ਬਾਅਦ ਇਕੋਨਮੀ ਪਤਾ ਨਹੀਂ ਚੱਲਣੀ ਹੈ ਕਿ ਨਹੀਂ ਚੱਲਣੀ, ਪਤਾ ਨਹੀਂ ਨੌਕਰੀ ਰਹੇਗੀ ਕਿ ਨਹੀਂ ਰਹੇਗੀ। ਵਾਟ ਆਰ ਯੂ ਟਾਕਿੰਗ ਅਬਾਊਟ? ਹੱਦ ਹੋ ਗਈ। ਓਏ ਭਲੇ ਬੰਦੇ, ਜਿਹਨੇ ਜੀਵਨ ਦਿੱਤਾ ਹੈ, ਅਸੀਂ ਸ਼ਬਦ ਪੜ੍ਹਦੇ ਹਾਂ, ਜਿਨ ਜੀਓ ਦੀਆ ਸੋ ਰਿਜ਼ਕ ਅਮਰਾਵ ਹੈ, ਸਭ ਕਟ ਪੀਤਰ ਹਾਟ ਚਲਾਵੈ। ਕਿਆ ਬੰਦੇ ਤੂੰ ਕੀ ਕਰ ਰਿਹਾ ਹੈ? ਜਿਹਨੇ ਜਿੰਦ ਦਿੱਤੀ, ਜਿਹਨੇ ਸਹਾਰਾ ਦਿੱਤਾ, ਵਿਸ਼ਵਾਸ ਤੇ ਕਰ ਉਹਦੇ ਤੇ। ਗੁਰੂ ਮਹਾਰਾਜ ਬਿਆਨ ਕਰਦੇ, ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਕਮੀ ਥੋੜਾ ਆ ਕੋਈ। ਜੇ ਅੱਜ ਵੀ ਦੁਨੀਆ ਦੇ ਦੇਖੀਏ, ਜੇ ਕਿਤੇ ਫੂਡ ਦੀ ਸਾਨੂੰ ਲੈਕਿੰਗ ਲੱਗਦੀ ਹੈ ਜਾਂ ਹੋਰ ਕਮੀ ਲੱਗਦੀ ਹੈ, which is not actually mother nature is giving us, ਇਹ ਸਾਡੀਆਂ ਦੁਨੀਆਦਾਰਾਂ ਦੀਆਂ ਪਾਲਿਸੀਜ਼ ਐਵੇਂ ਦੀਆਂ ਨੇ। ਦੁਨੀਆਦਾਰਾਂ ਨੇ ਇਕੋਨਮੀ ਦਾ ਮਾਡਲ ਐਵੇਂ ਦਾ ਬਣਾਇਆ, ਇਹ ਚੀਜ਼ਾਂ ਪੈਦਾ ਕੀਤੀਆਂ। ਅਦਰਵਾਈਜ਼ ਆਸਣ ਲੋਏ ਲੋਏ ਭੰਡਾਰ, ਹਰ ਇੱਕ ਜਗ੍ਹਾ ਤੇ ਭੰਡਾਰਾਂ ਦੇ ਉਹਨੇ ਮਤਲਬ ਆਸਣ ਲਵਾਏ ਪਏ ਨੇ, ਕਮੀ ਥੋੜਾ ਕੋਈ। ਜੋ ਕੁਛ ਪਾਇਆ ਸੋ ਏਕਾ ਵਾਰ। ਧਰਤੀ ਦੇ ਚ ਅਰਬਾਂ ਖਰਬਾਂ ਸਾਲਾਂ ਦਾ ਸਮਾਨ ਪਾਇਆ ਪਹਿਲਾਂ ਆਲਰੇਡੀ। ਮਿੱਟੀ 'ਚ ਪੋਸੀਬਿਲਿਟੀ ਹੈ, ਬੀਜ ਬੀਜੋਗੇ ਫਸਲ ਉੱਗੇਗੀ, ਬੂਟਾ ਲਾਓਗੇ ਫਲ ਲੱਗੇਗਾ। ਇਹ ਲਗਾਤਾਰ ਹੈ, ਲਗਾਤਾਰ। ਇਹ ਕੋਈ ਥੋੜਾ ਕਮੀ ਥੋੜਾ ਹੈ। ਬੰਦਾ ਜਦੋਂ ਇਸ ਤਰੀਕੇ ਨਾਲ ਸੋਚਦਾ, ਇਹ ਵੀ ਰੈਸ਼ਨਲ ਥਿੰਕਿੰਗ ਆ, ਪਰ ਰੈਸ਼ਨਲ ਥਿੰਕਿੰਗ ਕਿਸੇ ਵੱਡੇ ਆਸ਼ੇ ਵਾਲੇ ਪਾਸੇ, ਆਈਡੀਓਲੋਜੀ ਵਾਲੇ ਪਾਸੇ ਲੈ ਕੇ ਜਾ ਰਹੀ ਬੰਦੇ ਨੂੰ। ਬਾਬਾ ਜੀ ਬਿਆਨ ਕਰਦੇ, ਮੈਨੂੰ ਸਮਝ ਆ ਗਈ, ਚਿੰਤਾ ਕਰੋ ਹਮਾਰੀ। ਚਿੰਤਾ ਉਹ ਕਰਨ ਵਾਲਾ, ਮੈਂ ਚਿੰਤਾ ਕਿਉਂ ਕਰਾਂ? ਮੈਨੂੰ ਤੇ ਉਹਨੇ ਜੀਵਨ ਦਿੱਤਾ, ਜਿਹੜੀ ਮੇਰੀ ਡਿਊਟੀ ਹੈ, ਜਿਹਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ 'ਚ ਪੜ੍ਹਦੇ ਹਾਂ ਨਾ ਕਿ ਕਾਹੇ ਰੇ ਮਨ ਚਿਤਵੈ, ਮਨਾ ਕਿਉਂ ਚਿਤਵਣੀਆਂ ਕਰਦਾ ਹੈ? ਓਵਰ ਥਿੰਕਿੰਗ ਕਹਿੰਦੇ ਹਾਂ ਅਸੀਂ ਇਹਨੂੰ। ਇਹਦੇ 'ਚੋਂ ਵਰੀਜ਼ ਜਨਮ ਲੈਂਦੀਆਂ ਨੇ। ਮਤਲਬ ਬੰਦਾ ਜਿਹੜੀ ਗੱਲ ਹੈ ਵੀ ਨਹੀਂ, ਹੋਈ ਵੀ ਨਹੀਂ, ਉਹਦੀ ਪਰਸੈਪਸ਼ਨ ਬਣਾ ਰਿਹਾ। ਪਰਸੈਪਸ਼ਨ ਇਹ ਸ਼ੁਰੂ ਹੁੰਦੀ ਹੈ ਕਿ ਅੱਛਾ ਇਕੋਨਮੀ ਥੋੜ੍ਹੀ ਡਾਊਨ ਗਈ ਹੈ, ਤੇ ਮੈਨੂੰ ਕਿਸੇ ਨੇ ਕਾਲ ਕਰਕੇ ਦੱਸੀ ਸੀ ਫਲਾਣੇ ਮੇਰੇ ਕੁਲੀਗ ਦੀ ਜੌਬ ਚਲੀ ਗਈ ਹੈ, ਕੁਲੀਗ ਦੇ ਫਰੈਂਡ ਦੀ ਜੌਬ ਚਲੀ ਗਈ ਹੈ, ਤੇ ਹੋ ਸਕਦਾ ਮੇਰੀ ਵੀ ਚਲੀ ਜਾਏ। ਹੋ ਗਈ ਓਵਰ ਵਰਿੰਗ ਸ਼ੁਰੂ ਹੋਣਾ। ਹੁਣ ਕੀ ਬਣੇਗਾ? ਦੈਨ ਆਈ ਵੋਂਟ ਬੀ ਏਬਲ ਟੂ ਪੇ ਮਾਈ ਮੌਰਗੇਜ, then definitely I will not be able to actually buy food for my family, and then what's gonna happen? ਹੋਗੀ ਸ਼ੁਰੂ। ਬਾਬਾ ਜੀ ਕਹਿੰਦੇ ਕੀ ਕਰ ਰਿਹਾ ਹੈ? ਕਾਹੇ ਰੇ ਮਨ ਚਿਤਵੈ। ਹਾਂ, ਜਿਹੜਾ ਕੰਮ ਕਰਨਾ ਉਹ ਕਰ, ਉਦਮ ਇਹ ਤੇਰੇ ਹਿੱਸੇ ਹੈ, ਐਫਰਟ ਪਾ, ਦੈਟਸ ਇਟ। ਤੂੰ ਯਤਨਸ਼ੀਲ ਹੋ ਜੋ ਤੈਨੂੰ ਕਰਮ ਕਰਨ ਵਾਸਤੇ ਮਿਲਿਆ। ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਅਰਜੀਓ ਭਰਿਆ। ਤੂੰ ਉਦਮ ਕਰਨਾ ਹੈ, ਤੇ ਉਸ ਉਦਮ ਨੂੰ ਆਹਰ ਵਿੱਚ, ਆਹਰ ਹੁੰਦੀ ਜਿਹੜੀ ਚੀਜ਼ ਕੋਈ ਫਲ ਜਨਰੇਟ ਕਰਦੀ ਹੈ, ਰਿਜ਼ਲਟ ਪ੍ਰੋਡਿਊਸ ਕਰਦੀ ਹੈ, ਉਹ ਕਰੇਗਾ। ਤੇਰੀ ਕੀਤੀ ਹੋਈ ਐਫਰਟ। ਤੁਸੀਂ ਦੇਖੋਗੇ, ਤੁਸੀਂ ਮੈਂ ਆ ਕੋਈ ਆਰਡੀਨਰੀ ਬੰਦਾ ਆ, ਉਹ ਵੀ ਡਰਿਲ ਫੜਦਾ ਆ, ਸਕਰੂ ਡਰਾਈਵਰ ਫੜਦਾ ਆ, ਕੋਈ ਹੈਮਰ ਫੜਦਾ, ਕੋਈ ਚੀਜ਼ ਫੜਦਾ, ਕਿਸੇ ਚੀਜ਼ ਨੂੰ ਕਰਨ ਲੱਗਦਾ, ਉਹ ਬਣਦੀ ਤੇ ਨਹੀਂ ਚੀਜ਼ ਟੁੱਟ ਜਾਂਦੀ ਹੈ, ਬਲਕਿ ਖਰਾਬ ਹੋ ਜਾਂਦੀ ਹੈ। ਇੱਕ ਸਕਿਲਡ ਬੰਦਾ ਵੀ ਫੜਦਾ ਸੇਮ, ਉਸ ਜਿਵੇਂ ਹੱਥ 'ਚ ਹੀ ਫੜਿਆ ਉਵੇਂ ਉਹ ਡਰਿਲ ਫੜਦਾ, ਖੜਦਾ, ਇੱਕ ਪਲ ਦੇ ਸਕਰੂ ਕੱਸ ਦਿੰਦਾ, ਖੋਲ ਦਿੰਦਾ। ਜੋ ਇਹ ਕੀ ਹੈ?
लगातार की हुई एफर्ट दे नाल वो जिहड़ी शफा आ गई है, स्किल आ गई है। ये मदर नेचर की ब्लैसिंग है, इस मिट्टी नूं वल देता उन्हें। यह है आहर, ये चीज़ ये एहसास है। बंदा जिस लैवल ते अपने उस करतारी निज़ाम दे विच अपने आप नूं लगातार लैके जाएगा, कंट्रीब्यूट करने वास्ते एफर्ट पाएगा, मदर नेचर ब्लैस करेगी। यही रब दा हुक्म है। सब कहते आहर हर जी उपरिया, फिर क्या सैल पत्थर मैं जंत्यु पाए, तां रिजक आगे कर तरिया। तो रिजक आफरीन है, कायनात इस रूप दे विच आ। इत्थे ते मैं रीसेंटली कुछ समा पहला अपने बेटे दे नाल कुछ डॉक्यूमेंटरीज देख रहा सीगा, उहदे स्कूल दे कुछ प्रोजैक्ट्स वास्ते। तो जिथे दरख्त नहीं होंदे, जिथे कुछ किसी किस्म की दूर तक मारू थलिया, कुछ इलाका अफ्रीका का सी, कुछ इजिप्ट का इलाका सीगा। उत्थे छोटे छोटे आइलैंड ने, पानी दे विच बिल्कुल समुंदर दे विच सिद्धियां समुंदर दीयां लहरां वज रही, दूर तक कुछ भी नहीं। तो कमाल ये है, इतने अरबां अरबां बर्ड उड़ रहे हैं उत्थे उस रूप दे विच। मतलब तो उत्थे दस्सिया जा रहा है कि किवें इत्थे सारा फूड साइकिल काम करता है, किवें कुदरत ने ये जिहड़ी बर्ड पूप आ यही मुड़ के किस तरीके नाल प्रोटीन च कन्वर्ट हुंदी है, फिर वो प्रोटीन जिहड़ी हौली हौली एक अगले फूड चेन च कन्वर्ट हुंदी है, फिर लाइफ च कन्वर्ट हुंदी है, तो फिर सारा कुछ अगे जाके इन्हां नूं दोबारा फिर उस तरीके नाल एक साइकिल ही चली जा रहा है। कमाल है। बंदा कहेगा वाह, मैं एवं फिक्र करी जाना, मदर नेचर ने वो साइकिल ही ऐसा बनाया उस रूप दे विच। इसनूं साहब कहते हो भले बंदे सैल पत्थर मैं जंत्यु पाए, तां रिज़क आ गया तरिया। मेरे माधो जी सतसंगत मिले सो तरिया। तू ये एफर्ट पा, तेनू सतसंगत मिले। कुदरत ने कुछ चीज़ां सानू अपने आप लगातार ब्लैस कीतियां ने, कुछ चीज़ां दे सानू चॉइस दे दी है। आप सपोज करो कि असी किहो जे दोस्त बनाने ने, किहो जे जियां नाल सांझां रखणियां ने। हुंदे ने ब्लड रिलेशन हुंदी लोकां दी, बिल्कुल एक छाते च रहना सब चीज़ां हुंदियां ने, बट कई बार लोग नहीं रहिंदे, नहीं मनदे, सांझ किते होर बना लैंदे ने, जाके किसी होर नाल सांझ बन गई। ये कुदरत ने चो, हालांकि जन्म तो एक थां ते होया, एक छत हेठ होया, एक खानदान है, एक हैरिटरी सांझी है, ब्लड रिलेशन है, सब कुछ, बट नहीं चूज करने वास्ते मौका दिता है कुदरत ने। उस मौके लोग अवेल भी करते हैं, पर कई बार सही दी जात है पुठे पासे भी कर लेंगे। महाराज बयान करते पिओ मना, एहो जी संगत कर, एहो जी सांझ पा, एहो जी कंपनी लभ जिहदे विच सत आवे, जिहदे च तू करतारी कुदरत दे उस वड्डी हकीकत नूं समझण दे काबिल हो सके। ये तेरे हिस्से आया, इहदे नाल तेरियां चिंतावां घटणगियां। ये भी चीज़ चेते रखिए, मनुख जिहड़ा आ जिन्होंने बाबा फरीद जी ने कहा सी, दुनी वजाई वजदी तू भी वजै नाल। साडे कन्नां च जो लोग पाउंदे, असीं जो कुछ अखां नाल वेखदे, जो पढ़दे, जो सुणदे, उसे तरीके नाल ही सोचण लग जांदे, करन लग जांदे लगातार। जिहड़ी साडी आले दुआले दी कंपनी, आले दुआले दा मुहाज आ, जो सानू सवेर तो शाम तक फिक्र ही दई जाएगा, चिंता ही दई जाएगा, कलेश ही दई जाएगा, बनी जाएगी जिंदगी उवें। जे कंपनी बदलेगी, जिथे ख्याल बदलणगे, बंदे दी जीवन की आभा भी बदलनी शुरू हो जाएगी। महाराज बयान करते, क्योंकि हुण संगत शब्द दी है, मन मंदिर बन चुका आ, चिंता करो हमारी। हुण उस चिंता करने वाले करतार नूं मैं वेख रहा। जलथल महियल भरपूर लीना, कट कट जोत तुम्हारी। कित्थे है रब? जलथल महियल भरपूर लीना, सब थां ते उही भरिया पूरिया पिया है, उस तो बिना तो कुछ भी नहीं। इसनूं असीं ओमनी प्रेजेंट कहने आ ना। महाराज बयान करते ना कि जलथल महियल पूरिया रविया विच वणा, सो प्रभ चितना आवई कितड़ा दुख गणा। मतलब जो हर जर्रे जर्रे च मौजूद होए, बंदे नूं उहदा एहसास ना होए किड्डा वड्डा दुख है। इस तो वड्डा दुख की हो सकता है? इनू इस तरह जानो कि बच्चा तुहाडा ना कोई स्क्रीन ते कुछ वॉच कर रहा, तुसीं घर गए, उन्हें स्क्रीन फटाफट बंद कर दी तो कोई काम करन लग गया, पढ़ाई करन लग गया, तुहानूं एटलीस्ट इन्नी सैटिस्फैक्शन हो जाती भी एटलीस्ट ना मेरा एहतराम करता आ, मेरी होंद नूं मनदा आ, मेरे तो असल च ना थोड़ा मैनू मेरी प्रेजेंस इनू चंगी पासे ले जाण वास्ते
ਮਦਦਗਾਰ ਹੈ, ਦੈਟਸ ਗੁੱਡ। ਸਪੋਜ਼ ਤੁਸੀਂ ਘਰ ਅੰਦਰ ਵੀ ਚਲੇ ਗਏ, ਤੁਸੀਂ ਕੋਲ ਬੈਠੇ ਹੋ, ਬੱਚਾ ਆਪਣੇ ਸ਼ੋਅ ਲਾ ਰਿਹਾ, ਆਪਣੇ ਚੈਨਲ ਲਗਾ ਰਿਹਾ, ਸਭ ਕੁਛ, ਤੁਸੀਂ ਸੋਚਦੇ ਹੋ ਹੱਦ ਹੋ ਗਈ, ਮੇਰੀ ਕੋਈ ਪਾਏ ਹੀ ਨਹੀਂ ਰਹਿ ਗਈ। ਤੁਸੀਂ ਆਵਾਜ਼ ਮਾਰ ਕੇ ਵੀ ਕਹਿੰਦੇ ਹੋ ਬੇਟਾ ਇਹਨੂੰ ਬੰਦ ਕਰ ਦੇ, ਉਹ ਸੁਣਦਾ ਹੀ ਨਹੀਂਗਾ। ਹੁਣ ਇਹ ਕਿੱਡਾ ਦੁੱਖ ਆ ਜਿਹੜਾ ਦੁੱਖ ਹੈ ਇਹਨੂੰ ਮਹਾਰਾਜ ਬਿਆਨ ਕਰਦੇ, ਕਿਤੜਾ ਦੁੱਖ ਗਣਾ। ਅਸੀਂ ਘਰ 'ਚ ਇੰਨੀ ਕੁ ਚੀਜ਼ ਹੋ ਜਾਏ, ਅਸੀਂ ਕਹਿੰਦੇ ਹਾਂ ਬਹੁਤ, ਮੇਰੀ ਤੇ ਜੀ ਜੂਨ ਹੀ ਖਰਾਬ ਹੋ ਗਈ, ਅਸਲ 'ਚ ਮੇਰੇ ਤੇ ਪਰਵਾਹ ਹੀ ਨਹੀਂ ਕਰਦੇ। ਕਦੀ ਰੱਬ ਜੀ ਬਾਰੇ ਸੋਚ ਕੇ ਦੇਖੋ। ਅਲਟੀਮੇਟਲੀ ਕੋਈ ਬੰਦਾ ਕਿ ਨਹੀਂ ਕਰਦੇ ਹੂ ਕੇਰ, ਤੈਨੂੰ ਕਾਹਦੀ ਚਿੰਤਾ ਆ, ਤੇ ਫਿਰ ਬੰਦਾ ਕਹਿੰਦਾ ਨਹੀਂ ਚਿੰਤਾ ਪਤਾ ਕੀ ਹੈ, ਚਿੰਤਾ ਇਹ ਹੈ, ਇਹ ਤੰਗ ਹੋਏਗਾ ਆਉਂਦੇ ਸਮੇਂ 'ਚ। ਜੇ ਹੁਣ ਮੇਰੀ ਪਰਵਾਹ ਨਹੀਂ ਕਰਦਾ, ਤੈਨੂੰ ਪਤਾ ਨਹੀਂ ਸੰਸਾਰ ਐਵੇਂ ਨਹੀਂ ਚੱਲਦਾ। ਸੰਸਾਰ ਆਪਣੇ ਆਲੇ ਦੁਆਲੇ ਤੋਂ ਸਪੋਰਟ ਲੈ ਕੇ ਚੱਲਦਾ ਹੈ, ਮਦਦ ਲੈ ਕੇ ਚੱਲਦਾ ਹੈ, ਪਿਆਰ ਲੈ ਕੇ ਚੱਲਦਾ ਹੈ, ਸਨੇਹ ਲੈ ਕੇ ਚੱਲਦਾ ਹੈ, ਤੇ ਇਹ ਤੇ ਲੈ ਹੀ ਨਹੀਂ ਰਿਹਾ। ਇਹ ਪਿਆਰ ਤੋਂ ਮਹਿਰੂਮ ਰਹਿ ਜਾਏਗਾ, ਇਹ ਸੁਸਾਇਟੀ ਦੇ 'ਚ ਆਈਸੋਲੇਟ ਹੋ ਜਾਏਗਾ। ਇਹੋ ਚੀਜ਼ ਸਾਡੇ ਨਾਲ ਬਣ ਰਹੀ ਹੈ। ਰੱਬ ਜੀ ਜਗ੍ਹਾ ਜਗ੍ਹਾ ਜ਼ਰਰੇ ਜ਼ਰਰੇ 'ਚ ਮੌਜੂਦ ਆ। ਅਸੀਂ ਨਫ਼ਰਤ, ਈਰਖਾ, ਦੁਆ, ਕਸਾੜਾ, ਬੰਦੇ 'ਚ ਸਭ ਤੋਂ ਵੱਡੀ ਜਿਹੜੀ ਅੱਜ ਦੀ ਦੁਨੀਆ ਦੇ ਵਿੱਚ, ਜਿਹਨੂੰ ਮੈਂ ਕਈ ਵਾਰ ਬੇਨਤੀ ਕਰਦਾ ਨਾ, ਦਾ ਵਨ ਡੀਡ ਵੀ ਆਰ ਫੋਲੋਇੰਗ ਮੋਸਟ ਆਫ ਦਾ ਟਾਈਮ, ਦੈਟ ਇਜ਼ ਰਿਜ਼ੈਂਟਮੈਂਟ, ਨਾਰਾਜ਼ਗੀ। ਬਸ ਮੈਂ ਨਹੀਂ ਬੋਲਣਾ, ਮੈਂ ਨਹੀਂ ਗੱਲ ਕਰਨੀ, ਫਲਾਣੇ ਨੂੰ ਮੈਂ ਨਹੀਂ ਬੁਲਾਉਣਾ, ਬਸ ਇਹੋ ਜਿਹੀ ਚੀਜ਼ ਹੈ। ਹੁਣ ਆਹ ਜਿਹੜੀ ਚੀਜ਼ ਆ ਰਿਜ਼ੈਂਟਮੈਂਟ, ਇਹ ਲੈ ਕੇ ਤੁਰੇ ਜਾਓ। ਤੁਸੀਂ ਨਾਰਾਜ਼ਗੀ ਕਿੱਥੋਂ ਵਿਖਾ ਰਹੇ ਹੋ? ਸਾਰੀ ਤਾਂ ਰੱਬ ਦੀ ਜੋਤ ਹੈ। ਇੱਥੇ ਫਿਰ ਬੰਦੇ ਦੀ ਸਾਰੀ ਮੁਸ਼ਕਿਲ ਬਣਦੀ ਹੈ। ਮਹਾਰਾਜ ਬਿਆਨ ਕਰਦੇ, ਉਹ ਤੇ ਸਭ ਜਗ੍ਹਾ ਤੇ ਰਵਣ ਕਰਕੇ ਬੈਠਾ ਹੈ, ਤੇਰੇ ਆਲੇ ਦੁਆਲੇ ਹੈ, ਤੈਨੂੰ ਹੀ ਤੇ ਰਿਸ਼ਤੇ ਬਖਸ਼ੇ ਨੇ ਉਹਨੇ, ਮਾਂ ਬਾਪ ਉਹਨੇ ਬਖਸ਼ੇ, ਭੈਣ ਭਰਾ, ਧੀਆਂ ਪੁੱਤ, ਕੀ ਆਫ ਸਪ੍ਰਿੰਗਸ ਤੇ ਕੀ ਇਨ ਸਪ੍ਰਿੰਗਸ, ਐਵਰੀਥਿੰਗ ਇਜ਼ ਕਮਿੰਗ ਫਰੋਮ ਵਾਹਿਗੁਰੂ ਜੀ। ਤੂੰ ਕੀ ਕਰ ਰਿਹਾ ਹੈਗਾ? ਤੂੰ ਇਸ ਸਾਰੇ ਚੀਜ਼ ਨੂੰ, ਆਪਣੇ ਆਪ ਨੂੰ ਜਿਹੜਾ ਆ ਆਈਸੋਲੇਟ ਕਰਨ ਦੀ ਟਰਾਈ ਕਰ ਰਿਹਾ। ਸਭ ਬਿਆਨ ਕਰਦੇ, ਜਲਥਲ ਮਹੀਲ ਭਰਪੁਰ ਲੀਨਾ, ਘਟ ਘਟ ਜੋਤ ਤੁਮਹਾਰੀ, ਹਰ ਘਟ 'ਚ ਉਹਦੀ ਜੋਤ ਪਈ ਹੈ। ਫਿਰ ਇਕੱਲਾ ਇਹ ਨਹੀਂ, ਮਨੁੱਖਤਾ ਦੀ ਸੇਵਾ ਦੀ ਪ੍ਰੇਰਨਾ ਵੀ ਇਹਦੇ ਵਿੱਚ। ਜਦੋਂ ਘਟ ਘਟ 'ਚ ਉਹਦੀ ਜੋਤ ਹੈ, ਫਿਰ ਸਭ ਦੀ ਸੇਵਾ ਕਰੋ ਭਾਈ, ਸਭ ਨਾਲ ਸਨੇਹ ਵਧਾਓ, ਪਿਆਰ ਵਧਾਓ। ਅੱਗੇ ਆ ਸਿੱਖ ਮਤ ਸਭ ਬੁੱਧ ਤੁਮਹਾਰੀ, ਮੰਦਰ ਛਾਵਾਂ ਤੇਰੇ। ਗੁਰੂ ਨਾਨਕ ਸਾਹਿਬ ਬਿਆਨ ਕਰਦੇ, ਇਹ ਬੜੀ ਚੰਗੀ ਸਿੱਖਿਆ ਦੀ ਗੱਲ ਹੈ, ਸੋਚ ਦੀ ਗੱਲ ਹੈ, ਚੰਗੀ ਵਧੀਆ ਸੋਚ ਆ ਜਾਣੀ ਬੰਦੇ ਕੋਲ। ਪਰ ਇਹਦੀ ਇੱਕ ਮੁਸੀਬਤ ਇਹ ਹੈ, ਜਦੋਂ ਬੰਦੇ ਦੀ ਕੁਝ ਮਤ ਕੰਮ ਕਰਦੀ ਹੈ, ਸੋਚ ਚੰਗੀ ਆਉਂਦੀ ਹੈ, ਉਹਦੇ ਨਾਲ ਜਿਹੜਾ ਨੈਕਸਟ ਚੈਪਟਰ ਓਪਨ ਹੁੰਦਾ ਸਾਡੇ ਅੰਦਰ, ਜਾਂ ਦ ਨੈਕਸਟ ਥਿੰਗ ਵੀ ਰਿਸੀਵ ਐਟੋਮੈਟਿਕਲੀ, ਦੈਟ ਇਜ਼ ਈਗੋ, ਐਟੀਟਿਊਡ, ਈਗੋਟਿਸਟ ਐਟੀਟਿਊਡ, ਅਹੰਕਾਰ। ਮੈਂ ਬੜੀ ਬਲਾਮ ਹਾਂ, ਮਾਰਿਆ ਗਿਆ। ਇੱਥੇ ਫਿਰ ਜਾ ਕੇ ਬੰਦਾ ਜੋ ਪ੍ਰਾਪਤ ਕੀਤਾ ਉਹ ਵੀ ਜਾਂਦਾ ਲੱਗਦਾ। ਜਿਵੇਂ ਅਸੀਂ ਅਕਸਰ ਭਗਤਾਂ ਦੀ ਬਾਣੀ 'ਚ ਬਚਨ ਵਿਚਾਰਦੇ ਨਾ, ਵੀ ਹਮ ਬੱਡ ਕਬ ਕੁਲੀਨ, ਹਮ ਪੰਡਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ, ਹਮ ਦਾਤੇ, ਇਹ ਬੁੱਧ ਕਭੈ ਨਾ ਨਾਸੀ। ਬੰਦੇ ਦੀ ਹਾਲਤ ਇਹ ਹੈ, ਹਮ ਬੱਡ ਕਬ। ਹੁਣ ਸ਼ਬਦਾਂ ਨੂੰ ਕਿਸੇ ਤਰਨੁਮ ਦੇ ਵਿੱਚ, ਕਿਸੇ ਖਾਸ ਪੈਟਰਨ ਦੇ ਵਿੱਚ, ਕਿਸੇ ਖਾਸ ਫਲੋ ਦੇ ਵਿੱਚ ਇਸ ਤਰੀਕੇ ਨਾਲ ਪਰੋਣਾ, ਉਹ ਕਵਿਤਾ ਬਣ ਜਾਏ। ਉਹ ਦੋ ਚਾਰ ਲਫ਼ਜ਼ ਕੋਈ ਸੁਣੇ, ਉਹਦਾ ਸਿਰ ਹਿੱਲ ਜੇ, ਵਾਹ ਵਾਹ ਕਿਆ ਲਫ਼ਜ਼ ਪਾਏ ਨੇ, ਕਿਆ ਅਲਫਾਜ਼ ਪਾਏ ਨੇ, ਕਿਆ ਹਰਫ ਪਾਏ ਨੇ। ਅਸੀਂ ਸਾਰੇ ਇਤਿਹਾਸ ਪੜ੍ਹਦੇ ਹਾਂ, ਸਿੱਖ ਇਤਿਹਾਸ ਬਹੁਤਾ ਅਸੀਂ ਕਈ ਵਾਰ ਪੜ੍ਹਿਆ, ਦੁਹਰਾਇਆ, ਸਿੱਖ ਬਲੀਵਰ ਦੇ ਤੌਰ 'ਤੇ, ਸਿੱਖ ਪ੍ਰੈਕਟੀਸ਼ਨਰ ਦੇ ਤੌਰ 'ਤੇ। ਪਰ ਆਪ ਦੇਖੋ, ਜਦੋਂ ਕਿ ਤੁਸੀਂ ਕੋਈ ਵੀ ਨਗਮਾ, ਕੋਈ ਚੀਜ਼ ਇਹੋ ਜਿਹੀ ਸੁਣਦੇ ਹੋ, ਜਦੋਂ ਕੋਈ ਲਫ਼ਜ਼ਾਂ 'ਚ ਪਾਉਂਦਾ ਉਸ ਨੂੰ, ਆਪਨੇ ਚਾਰ ਸਾਹਿਬਜ਼ਾਦੇ ਮੂਵੀ 'ਚੋਂ ਦੇਖਿਆ ਹੋਣਾ, ਦਿਲ ਪੀੜ ਤੋਂ ਲੁਕਾ ਕੇ, ਨੈਣੀ ਛੁਪਾ ਕੇ ਪਾਣੀ, ਗੁਜਰੀ ਦੇ ਪੋਤਿਆਂ ਦੀ ਸੁਣਿਓ ਜਰਾ ਕਹਾਣੀ। ਕਿਵੇਂ ਲਫ਼ਜ਼ ਨੇ ਪਰਾਏ ਹੋਏ, ਮੋਤੀ ਜਿਵੇਂ ਪੋਏ ਹੁੰਦੇ ਨੇ, ਇੱਕਦਮ ਅਪੀਲ ਕਰਦੀ ਚੀਜ਼। ਕਵੀ ਹੈ, ਕਵੀ ਦੇ ਵਿੱਚ ਬੜਾ ਮਰਾਤਬਾ ਹੁੰਦਾ, ਬੜਾ ਉਹਦੇ ਕੋਲ ਲੈਵਲ ਹੁੰਦਾ ਆ। ਤੇ ਕਵੀ ਤੇ ਫਿਰ ਸਮਾਜ ਦੀ ਪੀੜਾ ਹਰ ਲੈਂਦਾ ਹੈ। ਕਵੀ ਤੇ ਬਹੁਤ ਅਸੀਂ ਦੇਖਦੇ ਹਾਂ, ਫਿਰ ਤੇ ਕਵੀ ਲੋਕ ਤੇ ਜਿਹੜੇ ਸੰਤ ਲੋਕ ਨੇ, ਤੇ ਵਾਕਿਆ 'ਚ ਇਹ ਲਿਟਰੇਚਰ ਇਹੀ ਕਹਿੰਦਾ। ਪਰ ਇਹਦੇ ਵੱਡੇ ਵੱਡੇ ਕਵੀਆਂ ਨੂੰ ਸਫਰ ਕਰਦਾ ਵੇਖਦੇ ਹਾਂ, ਐਡਿਕਸ਼ਨ ਚਲੇ ਜਾਂਦੇ ਨੇ, ਐਡਿਕਟ ਹੋ ਕੇ ਮਰਦੇ ਨੇ। ਬੜੇ ਐਸੇ ਕਵੀ ਮਰੇ। ਪੰਜਾਬੀ ਜ਼ਬਾਨ ਦੇ ਵਿੱਚ ਇੱਕ ਬਹੁਤ ਪੜ੍ਹਿਆ ਜਾਣ ਵਾਲਾ ਸ਼ਾਇਰ ਸ਼ਿਵ ਕੁਮਾਰ ਬਟਾਲਵੀ, ਜਿਹਨੂੰ ਲੋਕਾਂ ਨੇ ਕਮਲਿਆਂ ਵਾਂਗੂ ਪੜ੍ਹਿਆ। ਮਤਲਬ ਮੈਂ ਕਈ ਵਾਰ ਬੇਨਤੀ ਕਰਦਾ, ਤੁਸੀਂ ਕੁਛ ਚੀਜ਼ਾਂ ਪੰਜਾਬੀ ਨੇਟਿਵ ਕਲਚਰ 'ਚ ਦੇਖਦੇ ਹੋ। ਤੁਸੀਂ ਕੰਡਿਆਲੀ ਥੋਰ ਦੇਖੀ ਹੋਣੀ ਹੈ, ਕਈ ਵਾਰੀ ਦੇਖੀ ਹੋਣੀ ਹੈ।
ਜਦੋਂ ਉਹਨੇ ਦੇਖੀ ਇੱਕ ਇੰਨਾ ਲੰਮਾ ਚੌੜਾ ਗੀਤ ਲਿਖ ਮਾਰਿਆ, ਮਤਲਬ ਇਸ ਰੂਪ ਦੀ ਬਾਤ ਕੀਤੀ, ਪਰ 32 ਵਰੇ ਉਮਰ ਨਾ ਭੋਗੀ ਸਾਰੀ। ਇਹ ਕਿੱਥੋਂ ਆਈ ਚੀਜ਼? ਸ਼ਰਾਬ ਦੀ ਪਿਆਲੀ 'ਚ ਡੁੱਬ ਕੇ ਮਰ ਗਿਆ। ਇਹ ਕੀ ਹੈ? ਇਹ ਉਹ ਕਮੀਆਂ ਨੇ ਜਿਹੜੀਆਂ ਮਨੁੱਖੀ ਜੀਵਨ 'ਚ ਆਪਣੇ ਆਪ ਆਉਂਦੀਆਂ ਨੇ। ਸਭ ਤੋਂ ਵੱਡੀ ਖਾਮੀ ਅਹੰਕਾਰ। ਮੈਂ ਤੇ ਬਸ ਮੈਂ ਹੀ ਹਾਂ, ਮੈਂ ਕਿਸੇ ਦੀ ਗੱਲ ਕਿਉਂ ਸੁਣਾ, ਮੈਨੂੰ ਸਭ ਪਤਾ ਆ, ਆਈ ਨੋ ਐਵਰੀਥਿੰਗ। ਇਹ ਜਿਹੜੀ ਅਲਾਮਤ, ਇਹ ਸਿੱਖਿਆ ਤੇ ਆ ਗਈ, ਸੋਚ ਤੇ ਆ ਗਈ, ਕੁਛ ਹਾਇਰ ਲੈਵਲ ਦਾ ਇੰਟੈਲੈਕਟ ਵੀ ਕੰਮ ਕਰਨ ਲੱਗ ਗਿਆ। ਬਟ ਬੰਦੇ, ਇਹ ਸਭ ਕਰਤਾਰ ਦੀ ਦਾਤ ਹੈ, ਉਹਨੂੰ ਦੀ ਦਾਤ ਸਮਝ ਕੇ ਹੰਡਾ। ਜੇ ਨਹੀਂ ਸਮਝੇਗਾ ਮਰ ਜਾਏਗਾ, ਸਭ ਕੁਝ ਹੋ ਕੇ ਮਰ ਜਾਏਗਾ। ਜਿਹਨੂੰ ਸਾਹਿਬ ਨੇ ਕਿਹਾ, ਬੰਦੇ ਦੀ ਕਈ ਵਾਰ ਹਾਲਤ ਇਹ ਵੀ ਬਣਦੀ ਹੈ ਵੀ ਕਰ ਹੋਂਦੇ ਰਤਨ ਪਦਾਰਥ ਭੂਖੇ, ਕਰ ਸਭ ਕੁਝ ਪਿਆ, ਰਤਨ ਪਦਾਰਥ ਜਵਾਹਰਾਤ ਮਾਣਕ ਸਭ ਪਏ ਨੇ, ਬੰਦਾ ਭੁੱਖਾ ਬੈਠਾ, ਬੰਦੇ ਕੋਲ ਕੁਛ ਵੀ ਨਹੀਂ। ਕਿਉਂ ਨਹੀਂ? ਕਿਉਂਕਿ ਉਹਨੂੰ ਆਹ ਜਿਹੜੀ ਚੀਜ਼ ਹੈ, ਜਿਵੇਂ ਸਪੋਜ਼ ਕਰੋ ਕਿ ਜਿਹਨੂੰ ਭਗਤ ਜੀ ਨੇ ਬਿਆਨ ਕੀਤਾ ਸੀਗਾ ਕਿ ਹਰੀ ਅੰਗੂਰੀ ਗਧਾ ਚਰੈ, ਵੀ ਕੋਈ ਖੇਤੀ ਹੈ, ਉਹ ਰੋਜ਼ ਪਲਦੀ ਹੈ, ਰੋਜ਼ ਹਰੀ ਹੁੰਦੀ ਹੈ, ਰੋਜ਼ ਹੀ ਉਹ ਪੈਦਾ ਹੁੰਦੀ ਹੈ, ਪਰ ਕੀ ਕੀਤਾ ਜਾਏ, ਉਹਦੇ ਸਿਰ ਤੇ ਗਧਾ ਬੈਠਾ ਹੈ, ਉਹ ਨਾਲ ਦੀ ਨਾਲ ਹੀ ਖਾਈ ਜਾਂਦਾ। ਤੁਸੀਂ ਸੋਚੋ ਕਿ ਜਿਹੜੀ ਫਸਲ ਰੋਜ਼ ਉੱਗੇ ਤੇ ਉਸਨੂੰ ਰੋਜ਼ ਸਿਰ ਤੇ ਬੈਠਾ ਗਧਾ ਰੋਜ਼ ਹੀ ਖਾ ਜੇ, ਉਹ ਫਸਲ ਕਦੀ ਪੱਕੇਗੀ? ਉਹਦੇ ਕਦੀ ਬੋੜ ਲੱਗਣਗੇ? ਨੈਵਰ ਐਵਰ। ਐਕਚੁਅਲ ਲੈਵਲ ਤੇ ਜਿਹੜੀਆਂ ਪ੍ਰਾਪਤੀਆਂ ਵੀ ਨੇ ਨਾ, ਇਹ ਹੋਣ ਦੇ ਬਾਵਜੂਦ ਵੀ ਬੰਦੇ 'ਚ ਹਲੀਮੀ ਤੇ ਨਿਮਰਤਾ ਆਵੇ, ਬੰਦਾ ਉਸ ਹਾਇਰ ਸੋਰਸ ਨਾਲ ਜੁੜ ਸਕੇ, ਉਸ ਪ੍ਰਾਪਤੀ ਨੂੰ ਲੈ ਕੇ ਇਹ ਕਹੇ। ਹੁਣ ਮੈਂ ਅਜੇ ਹੁਣੇ ਕਵਿਤਾਵਾਂ ਦੀ ਗੱਲ ਕੀਤੀ, ਚਲੋ ਇਹ ਤੇ ਲਫ਼ਜ਼ ਨੇ, ਹਰਫਾਂ ਨੂੰ ਕਿਸੇ ਫਲੋ ਦੇ ਵਿੱਚ, ਕਿਸੇ ਖਾਸ ਇੱਕ ਸੀਕੁਐਂਸ ਦੇ ਵਿੱਚ ਕਿਸੇ ਨੇ ਪਰੋ ਦਿੱਤਾ, ਚੰਗੇ ਲੱਗੇ। ਪਰ ਫਿਰ ਵੀ ਜਿਹੜਾ ਹਾਇਰ ਤੋਂ ਹਾਇਰ ਲੈਵਲ ਦਾ ਮੈਸੇਜ ਡਿਲੀਵਰ ਕਰੇ, ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਹੁਣ ਗੁਰੂ ਅਰਜਨ ਸਾਹਿਬ ਦੀ ਅਸੀਂ ਗੱਲ ਪੜ੍ਹਦੇ ਹਾਂ ਤੇ ਮਹਾਰਾਜ ਕਿਆ ਪੂਰਾ ਗ੍ਰੰਥ ਸਾਹਿਬ ਕੰਪਾਈਲ ਕੀਤਾ ਆਪ, ਕੰਪਾਈਲ ਕਰਵਾਇਆ ਆਪ, ਹਜ਼ਾਰਾਂ ਸ਼ਬਦ ਲਿਖੇ। ਜਦੋਂ ਸਭ ਕੁਝ ਲਿਖਦੇ ਤੇ ਬਾਬਾ ਜੀ ਨੂੰ ਇਸ ਬਾਣੀ 'ਚ, ਗੁਰੂ ਅਰਜਨ ਸਾਹਿਬ ਨੂੰ ਤੁਸੀਂ ਵੇਖੋ ਜਾ ਕੇ, ਤੇ ਗੁਰੂ ਮਹਾਰਾਜ ਆਪਣੇ ਆਪ ਬਾਰੇ ਜਦੋਂ ਆਪ ਕੁਝ ਗੱਲ ਲਿਖਦੇ ਤੇ ਪਤਾ ਕੀ ਬਾਤ ਲਿਖਦੇ? ਮੈਂ ਮੂਰਖ ਕੀ ਕੇਤਕ ਬਾਤ ਹੈ। ਕਮਾਲ ਹੋ ਗਈ ਗੁਰੂ ਸਾਹਿਬ, ਤੁਹਾਡੇ ਤੋਂ ਸਿਆਣਾ ਹੀ ਕੋਈ ਨਹੀਂ ਹੈਗਾ। ਪਰ ਹਕੀਕਤ ਇਹ ਹੈ, ਤੁਸੀਂ ਮੁਦਾਵਣੀ ਪੜ੍ਹੋ ਆ ਕੇ। ਸਾਹਿਬ ਕਹਿੰਦੇ ਹਾਂ, ਇਹ ਨਾ ਅਸਲ ਜੋ ਕੁਛ ਵੀ ਹੋਇਆ ਆ, ਇਹ ਮੇਰੇ ਥਰੂ ਹੋਇਆ, ਪਰ ਕਰਾਉਣ ਵਾਲਾ ਉਹ ਪੈ ਤਰਸ ਪਿਆ, ਮਹਿਰਾਮਤ ਹੋਈ। ਉਹਦਾ ਤਰਸ ਹੋਇਆ, ਮੇਰੇ ਤੇ ਮਹਿਰਾਮਤ ਕਰਤੀ ਉਹਨੇ, ਤੇ ਮੈਨੂੰ ਇਹ ਕੀਤਾ, ਮੈਨੂੰ ਜੋਗ ਕੀਤੋਈ। I wasn't that much capable. Mother nature and the creator of Mother nature has blessed me this ability. So I am showing my gratitude toward that ਵਾਹਿਗੁਰੂ ਜੀ, ਤੂੰ ਬਖਸ਼ਿਸ਼ ਕੀਤੀ ਹੈ। ਇੱਥੇ ਸਾਹਿਬ ਬਿਆਨ ਕਰਦੇ, ਸਿੱਖ ਮਤ ਸਭ ਬੁੱਧ ਤੁਮਹਾਰੀ। ਸਮਝ ਆ ਗਈ, ਜਿੰਨੀ ਮੇਰੇ ਅੰਦਰ ਸਿੱਖਿਆ ਆ, ਜੋ ਕੁਝ ਮੈਂ ਐਕਿਊਮੂਲੇਟ ਹੀ ਕਰਦੇ ਹਾਂ ਸਾਰਾ ਕੁਛ। ਕੋਈ ਇਹ ਤੇ ਹੈ ਨਹੀਂਗਾ ਕਿ ਮਤਲਬ 2 ਸਾਲ ਦੇ ਅਸੀਂ ਬਹੁਤ ਮਤਲਬ ਹਾਇਰ ਲੈਵਲ ਦੀਆਂ ਗੱਲਾਂ ਕਰਨ ਲੱਗ ਗਏ ਸੀ। ਸਿਆਣੇ ਤੋਂ ਸਿਆਣਾ ਬੰਦਾ ਵੀ ਕਦੀ ਨਿਆਣਾ ਸੀਗਾ, ਇਹ ਚੇਤੇ ਰੱਖੀਏ। ਬਹੁਤ ਹਾਈਲੀ ਐਜੂਕੇਟਡ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਨ ਵਾਲਾ ਬੰਦਾ ਵੀ ਕਦੀ ਅਨਪੜ੍ਹ ਸੀਗਾ, ਕਦੀ ਸਕੂਲੇ ਗਿਆ ਸੀਗਾ, ਅੱਖਰ ਪੜ੍ਹਿਆ ਉਹਨੇ, ਐਕਿਊਮੂਲੇਟ ਕੀਤਾ ਸਾਰਾ ਕੁਛ। ਇਹ ਕਮਾਈ ਚੀਜ਼ ਹੈ, ਸਿੱਖਿਆ ਆ। ਕਿਆ? ਸਿੱਖ ਮਤ ਸਭ ਬੁੱਧ ਤੁਮਹਾਰੀ। ਇਹ ਤੇਰਾ ਹੀ ਤਰਸ ਹੈ ਮਾਲਕ, ਮੈਂ ਕੌਣ ਹਾਂ? ਮੇਰੇ 'ਚ ਕੁਛ ਵੀ ਨਹੀਂ, ਇਹ ਤੇਰੇ ਵੱਲੋਂ ਹੀ ਸਾਰੀ ਸੌਗਾਤ ਮੇਰੀ ਝੋਲੀ 'ਚ ਆਈ ਹੈ। ਤੇ ਫਿਰ ਕਿਹਾ, ਮੰਦਿਰ ਛਾਵਾਂ ਤੇਰੇ। ਕਿਹਾ ਸੀ, ਮਨ ਮੰਦਰ ਤਨਵੇਸ ਕਲੰਦਰ। ਜਦੋਂ ਅੰਦਰ ਬਹੁਤ ਸ਼ੁੱਧ ਹੁੰਦਾ ਆ, ਤੇ ਸੱਚ ਹੈ, ਕਿਉਂਕਿ ਜਿਹੜੀ ਮੈਲ ਹੈ, ਆਪਾਂ ਸਰੀਰ ਦੇਖਦੇ ਨਾ ਸਾਰਾ ਕੁਛ, ਤੇ ਕਈ ਵਾਰੀ ਸਾਨੂੰ ਜ਼ਖਮ ਲੱਗ ਜਾਂਦੇ ਬਾਹਰੋਂ, ਕੁਛ ਵੂੰਡ ਹੋ ਗਿਆ, ਕੁਛ ਹੋ ਗਿਆ ਇਸ ਤਰੀਕੇ ਨਾਲ। ਕਈ ਵਾਰੀ ਕੁਝ ਪਿੰਪਲਸ ਨਿਕਲ ਆਉਂਦੀਆਂ ਨੇ ਅੰਦਰੋਂ ਹੀ। ਅਸਲ ਵਿੱਚ ਉਹ ਕੁਝ ਹੋਰ ਨਹੀਂ ਹੁੰਦਾ, ਕੁਝ ਮੈਲ ਹੀ ਸਾਡੀ ਚਮੜੀ ਦੇ ਵਿੱਚ ਪੌਕਟ ਹੋ ਜਾਂਦੀ ਕਿਤੇ, ਤੇ ਉੱਥੇ ਫਿਰ ਥੋੜਾ ਸਮਾਂ ਪਾ ਕੇ ਬੈਕਟੀਰੀਆ ਜਨਰੇਟ ਹੋ ਜਾਂਦਾ ਹੈ। ਤੇ ਆਪ ਨੇ ਜ਼ਰੂਰ ਕਦੇ ਨਾ ਕਦੀ ਕੋਈ ਪਿੰਪਲ, ਕੋਈ ਫੋੜਾ, ਕੋਈ ਵੇਖਿਆ ਹੋਣਾ ਸਰੀਰ ਦੇ ਉੱਤੇ। ਕਿਵੇਂ ਹੁੰਦਾ ਆ? ਬੜੀ ਪੀੜਾ ਹੁੰਦੀ ਹੈ। ਇਹ ਜਿਹੜੀ ਚੀਜ਼ ਆ,
ये तंग करती है, लगातार तंग करती है। हकीकत यह है जिस तन दे च कोई मैल, कोई पिंपल, कोई राद, कोई किसी किस्म का जिहड़ा कह लो कि जिहड़ा गंदा खून है वह तंग करता आ। मन की दुनिया दे च माड़ी सोच वो की करेगी, बड़ी पेन देगी। इत्थे लोग फिर गिल्टी फील करते हैं, ओहो मेरे अंदर आ सोच वार वार तंग करती, मैनू मैल है, ये मैल लगातार। तो फिर रात पई जाती, भरी जाती, बंदा थोड़ी बहुती कटदा किसी तरीके नाल, किते पाठ कर लिया, गुरुद्वारा साहब आके 10 मिनट बैठ गया, क्या शुक्र है बस बाबा बस भुला दे जो कुछ होया, जो मैं सोचा सारा कुछ। 10 मिनट बाद फिर बाहर निकले, ठीक है, फिर आ गई दोबारा। फिर एक्चुअली we go same with, actually always we have these type of misery, you know, and that is madness. ये बंदे फिर मारी जाती। सब बयान कर दे कि ये जिहड़ी चीज़ आ ये सारे तो जो मुक्त हो गया बंदा, जो ये पॉसिबिलिटी खत्म हो गई भी ना रांद पैनी है ना रांद निकलनी है, शुद्धता हो गई, मन मंदिर ये है। जो मंदिर बन गया, जो पता लगा भी वाह बिल्कुल हैल्दी हो गया। कई बारी एज का भी पड़ाव होंदा है, हारमोन्स भी होंदे ने, कईयां नूं एक्नी हो जाती है, कईयां नूं पिंपल्स होनियां शुरू हो जांदियां ने, एंड सम टाइम दे गो थ्रू विद these type of painful situations. Somehow कुछ केमिकल रिएक्शंस बदल गए, कुछ बैलेंस केमिकल बैलेंस हो गया, कुछ इस तरीके नाल कुछ हारमोन्स बैलेंस हो गए, बंदे नूं एकदम वो चीज़ बिल्कुल बंद हो गई। और बंदा बहुत ज़्यादा सुकून, बड़ा ज़्यादा रिलैक्स एंड रिलीफ महसूस करता। वाह एट लीस्ट टच वुड इट्स नॉट हैपनिंग टू मी एनी मोर, यू नो, वो रिलीफ देंदी उस तरीके दे नाल। इत्थे बाबा जी ने बयान किया जिहदे अंदर दी दुनिया च बिल्कुल ये चीज़ चली गई, मंदिर बन गया, हंकार ना, ये समझ ये भी तेरी ही छाया माया आ, इट्स योर ब्लैसिंग, अदरवाइज इत्थे ते मिजरी आउण लगा किन्नी देर लगती, कि थॉट ही है बस, आउण दी देर है। सारी शांति बंदे दा सारा कमाया बनाया फिनिश जीरो। इत्थे गुरु बाबा जी कहते मंदिर छावा तेरे, तुझ बिन अवर ना जाना मेरे साहिबा, हाँ गुण गावां नित तेरे। ये भगती है। दिन चढ़े अखां खुलियां, सोचिया हाँ कमकार करने सारा कुछ करने, पर लेट्स स्टार्ट विद सम सॉर्ट ऑफ बाणी रिसाइटिंग, गुण गावां। ये भजन बंदगी है, ये फिर बंदा करता है। ये कोई विखावा नहीं, कोई सुपरफिशियल या सुपरस्टिशियस टाइप ऑफ एक्सरसाइज नहीं, ये तो एक जीवन का कह लो कि एक परमानेंट वर्चू आ जिहड़ा मेरी अपलिफ्टिंग कर रहा लगातार। एंड गुरु नानक साहब, इफ गुरु नानक साहब इज डूइंग इट, इफ गुरु नानक साहब इज accepting that I do it, I do reciting of Guru Granth Sahib's Bani, or reciting of Shabad, or reciting of Rab Ji's name, then what about us? सानू की करना चाहिए है? सिंपल चीज है। बाबा जी बयान कर दे, तुझ बिन अवर ना जाना मेरे साहिबा, गुण गावा नित तेरे, जी जंत सब शरण तुम्हारी, सब चिंत सर्व चिंत तुद पासे। बाकी विश्वास ये है, ये साडी अरदास एक्चुअली, सब दियां चिंतावां करने वाला तू है, सब दियां चिंतावां हरन वाला तू है, सब जी जन तेरे विचों आए ने, तू सब दा दाता है, तू सबना दा मां प्यो है। इत्थे क्या जी जंत सब शरण तुम्हारी, सर्व चिंत तुद पासे, जो तुद भावे सोई चंगा, एक नानक की अरदास है। शब्द पढ़ते आपे हर एक रंग है, आपे बहुरंगी, जो तिस भावे नानका। व्हाट एल्स आई एम आस्किंग? आई स्ट्रांगली बिलीव whatever is happening in this world under your actually rule or under your shadowing, Vaheguru Ji, everything is acceptable. Just bless me, what's my role in it? If I'm able to find out my role and I'm fulfilling it, Vaheguru Ji, I'm very thankful toward you that you have given me this type of awareness that is conscious. यही कॉन्शियस जी है तुहाडे मन ते मत दे विच फिर बैलेंस स्थापित कराउंदी है। साहब रहमत करन, इन्हां आलमी वाकियां चों चंगेरी प्रेरणा मिले, असीं गुरमतीए हो सकीए। आओ तुहाडी भी राय ने अगली हाज़री हो तुहाडे नाल लवाउणगे। किरसानी संघर्ष नाल जूझ रहे माई भाई की सफलता होए, ये दिली अरदास है।
सब प्रेम आवाज़ दे के कह देना जी वाहिगुरु जी का खालसा वाहिगुरु जी की फतेह।